6 ਕਲਾਸ ਦੇ ਪਿਆਰੇ ਵਿਦਿਆਰਥੀਓ, ਕੱਲ ਤੁਹਾਡੇ ਟਰਮ 1 ਦੇ ਐਗਜ਼ਾਮ ਵਾਸਤੇ ਸੈਂਪਲ ਪੇਪਰ 1 ਵੀ ਹੱਲ ਕਰਕੇ ਤੁਹਾਨੂੰ ਭੇਜਿਆ ਜਾ ਰਿਹਾ। ਉਮੀਦ ਹੈ ਕਿ ਤੁਹਾਨੂੰ ਸੈਂਪਲ ਪੇਪਰ 1 ਸੈਂਪਲ ਪੇਪਰ 2 ਤੇ ਸਰਕਾਰ ਵੱਲੋਂ ਭੇਜੇ ਗਏ ਪੇਪਰ ਦੇ ਵਿੱਚੋਂ ਕੋਈ ਨਾ ਕੋਈ ਕੁਐਸਚਨ ਜ਼ਰੂਰ ਆਏ। ਤੇ ਤੁਹਾਡੇ ਕੋਲ ਪਹਿਲਾ ਕੁਐਸਚਨ ਹੈ, ਧਿਆਨ ਨਾਲ ਦੇਖੋ। ਬਗੈਰ ਦੁਹਰਾਉਂਦੇ ਹੋਏ ਦਿੱਤੇ ਹੋਏ ਅੰਕਾਂ 1 5 2 9 ਨੂੰ ਵਰਤ ਕੇ 4 ਅੰਕਾਂ ਦੀ ਸਭ ਤੋਂ ਵੱਡੀ ਸੰਖਿਆ ਸਭ ਤੋਂ ਪਹਿਲਾਂ 9 ਹੋਏਗਾ, ਉਸ ਤੋਂ ਬਾਅਦ 5, ਫਿਰ 2, ਫਿਰ 1। तो ਤੁਹਾਡੇ ਸਾਹਮਣੇ ਡੀ ਆਪਸ਼ਨ ਤੁਹਾਡਾ ਰਾਈਟ ਆਂਸਰ ਹੋਏਗਾ। ਦੂਜਾ ਕੁਐਸਚਨ ਦੇਖੋ, 41 23 ਵਿੱਚ ਅੰਕ 2 ਦਾ ਸਥਾਨਕ ਮੁੱਲ। 2 ਦਾ ਸਥਾਨਕ ਮੁੱਲ ਦਾ ਮਤਲਬ ਕੀ ਹੁੰਦਾ, ਯਾਦ ਰੱਖੋ। 2 ਲਿਖਣ ਤੋਂ ਬਾਅਦ ਉਸ ਤੋਂ ਬਾਅਦ ਜਿੰਨੇ ਵੀ ਅੱਖਰ ਹੋਣਗੇ ਉਹਨੇ 0। ਇੱਕੋ ਹੀ ਅੱਖਰ ਹੈ, ਦੇਖੋ 3 1 0, ਮਤਲਬ ਆਂਸਰ ਕੀ ਆਇਆ 20। ਤੀਜਾ ਕੁਐਸਚਨ, 4 ਅੰਕਾਂ ਵਾਲੀ ਕੁੱਲ ਕਿੰਨੀਆਂ ਸੰਖਿਆਵਾਂ ਹਨ। ਦੇਖੋ 4 ਅੰਕਾਂ ਦੀ ਸੰਖਿਆ ਸ਼ੁਰੂ ਕਿੱਥੋਂ ਹੁੰਦੀ ਹੈ ਅਤੇ ਖਤਮ ਕਿੱਥੇ ਹੁੰਦੀ ਹੈ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। 2 ਕੁਐਸਚਨ ਹੋ ਚੁੱਕੇ ਨੇ, ਇੱਕ ਸਕਰੀਨਸ਼ਾਟ ਲੈ ਲਓ। 4 ਅੰਕਾਂ ਵਾਲੀ ਸੰਖਿਆ ਸ਼ੁਰੂ ਹੁੰਦੀ ਹੈ ਬੇਟਾ ਜੀ 1000 ਤੋਂ, ਇਸ ਗੱਲ ਦਾ ਧਿਆਨ ਰੱਖਣਾ ਹੈ, ਅਤੇ ਖਤਮ ਹੁੰਦੀ ਹੈ 999 ਤੇ। 999 ਨਹੀਂ, 9999 ਤੇ। ਇਹਦਾ ਮਤਲਬ 9999 ਚੋਂ 1000 ਗਏ, 8999 ਵਿੱਚ ਇੱਕ ਜੋੜਨਾ ਹੁੰਦਾ, ਇਸ ਗੱਲ ਦਾ ਧਿਆਨ ਰੱਖਿਆ ਕਰੋ। ਇਹਦਾ ਮਤਲਬ 9000, ਸੀ ਆਪਸ਼ਨ ਯਾਦ ਰੱਖਿਓ। 3 ਅੰਕਾਂ ਵਾਲੀ 900 ਅਤੇ 4 ਅੰਕਾਂ ਵਾਲੀ 9000, ਸਿੱਧਾ ਯਾਦ ਰੱਖ ਲਿਆ ਕਰੋ। ਚੌਥਾ ਕੁਐਸਚਨ, 1 ਕਰੋੜ ਬਰਾਬਰ ਡੈਸ਼ ਮਿਲੀਅਨ ਬੇਟਾ ਜੀ 10 ਮਿਲੀਅਨ, ਇਸ ਗੱਲ ਦਾ ਵੀ ਧਿਆਨ ਰੱਖਿਓ। ਬੀ ਆਪਸ਼ਨ ਸਾਡਾ ਰਾਈਟ ਆਂਸਰ ਹੈ। 4 ਕੁਐਸਚਨ ਤੁਹਾਡੇ ਹੋ ਚੁੱਕੇ ਨੇ। ਪੰਜਵਾਂ ਕੁਐਸਚਨ ਵੀ ਦੇਖ ਰਿਹਾ, ਧਿਆਨ ਨਾਲ ਦੇਖੋ। 7213 ਦਾ ਸੈਂਕੜੇ ਦੇ ਸਥਾਨ ਤੱਕ ਨਿਕਟੀਕਰਨ। ਸੈਂਕੜਾ ਇਕਾਈ ਦਾ ਹੀ ਸੈਂਕੜਾ ਤੋਂ, ਇਹਦਾ ਮਤਲਬ ਕੀ ਹੋਇਆ 7213 ਦਾ ਬਣ ਗਿਆ ਜੀ 7200। ਇਹ ਆਪਸ਼ਨ ਤੁਹਾਡਾ ਰਾਈਟ ਆਂਸਰ ਆਇਆ। ਪਹਿਲੇ 5 ਕੁਐਸਚਨ ਤੁਹਾਡੇ ਕੰਪਲੀਟ ਹੋ ਚੁੱਕੇ ਨੇ। 6ਵੇਂ ਕੁਐਸਚਨ ਵੱਲ ਚੱਲਦੇ ਹਾਂ। ਹੇਠਾਂ ਲਿਖਿਆਂ ਵਿੱਚੋਂ ਕਿਹੜਾ ਅਰਥਹੀਨ ਹੈ। ਦੇਖੋ ਜੀ, ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਐਲ ਤੇ ਪਿੱਛੇ ਆਈ ਨਹੀਂ ਹੁੰਦਾ, ਇਸ ਕਰਕੇ ਇਹ ਸਾਡਾ ਕੀ ਹੋ ਗਿਆ, ਅਰਥਹੀਨ ਹੋ ਗਿਆ। 5 ਕਿਲੋਮੀਟਰ ਬਰਾਬਰ ਡੈਸ਼ ਮੀਟਰ। 1 ਕਿਲੋਮੀਟਰ ਦੇ ਵਿੱਚ 1000 ਮੀਟਰ ਹੁੰਦੇ ਨੇ, ਇਸ ਕਰਕੇ 5000 ਮੀਟਰ ਹੋ ਗਏ। 8ਵਾਂ ਕੁਐਸਚਨ, ਹੇਠ ਲਿਖਿਆਂ ਵਿੱਚੋਂ ਕਿਹੜਾ ਪੂਰਨ ਸੰਖਿਆਵਾਂ ਲਈ ਜੋੜਾਤਮਕ ਤਤਸਮਕ ਹੈ। ਜੋੜਾਤਮਕ ਤਤਸਮਕ 0 ਹੁੰਦਾ ਹੈ, ਅਤੇ ਜੇ ਗੁਣਾਤਮਕ ਪੁੱਛੇਗਾ ਤਾਂ 1 ਹੁੰਦਾ ਹੈ। ਫਿਲਹਾਲ ਜੋੜਾਤਮਕ ਪੁੱਛਿਆ ਹੈ ਤਾਂ 0 ਆਂਸਰ। 8 ਕੁਐਸਚਨ ਕੰਪਲੀਟ ਹੋ ਚੁੱਕੇ ਨੇ, ਸਕਰੀਨਸ਼ਾਟ ਲੈ ਸਕਦੇ ਹੋ। 9ਵਾਂ ਕੁਐਸਚਨ, 3 ਅੰਕਾਂ ਦੀ ਸਭ ਤੋਂ ਵੱਡੀ ਸੰਖਿਆ ਦਾ ਅਗੇਤਰ। ਸਭ ਤੋਂ ਵੱਡੀ ਸੰਖਿਆ 3 ਅੰਕਾਂ ਦੀ ਹੈ 999, 999। ਉਹਦੇ ਵਿੱਚ 1 ਜੋੜ ਦਿਓ, ਕਿੰਨਾ ਬਣ ਗਿਆ 0 ਉੱਪਰ 1 0 ਉੱਪਰ 1 10, 1000 ਤੁਹਾਡਾ ਆਂਸਰ ਆ ਗਿਆ। ਡੀ ਆਪਸ਼ਨ। ਉਮੀਦ ਕਰਾਂਗਾ ਸਮਝ ਆਇਆ ਹੋਵੇਗਾ। 9 ਕੁਐਸਚਨ ਕੰਪਲੀਟ ਹੋ ਚੁੱਕੇ ਨੇ। 10ਵਾਂ ਕੁਐਸਚਨ ਦੇਖੋ। 24 100 ਦਾ ਪਿਛੇਤਰ ਬੇਟਾ ਜੀ। 24 100 ਦਾ ਪਿਛੇਤਰ ਮਤਲਬ ਸਮਝਦੇ ਹੋ, 1 ਮਾਈਨਸ ਕਰ ਦੇਣਾ। 10 ਚੋਂ 1 ਗਏ 9, 9 ਕੁਛ ਨਹੀਂ ਬਚਿਆ 0 ਅਤੇ 24। ਦਿਮਾਗ ਵੀ ਲੱਗਦਾ 24 ਤੋਂ ਬਾਅਦ 100 ਸੀਗਾ, 1 ਘਟਾਉਂਗੇ ਤਾਂ 24 ਤੋਂ ਬਾਅਦ 99 ਆਊਗਾ, ਅਤੇ 24 0 99 ਤੁਹਾਡਾ ਆਂਸਰ ਆ ਗਿਆ ਬੇਟਾ ਜੀ। 11ਵਾਂ ਕੁਐਸਚਨ ਕਰਨ ਲੱਗੇ ਹਾਂ। 23 26 23 16। 23 ਨੂੰ ਆਵਾਜ਼ ਮਾਰ ਲਓ। ਜਿੱਦਾਂ ਹੀ 23 ਨੂੰ ਆਵਾਜ਼ ਮਾਰੀ 23 ਬਾਹਰ ਆ ਗਿਆ। ਪਹਿਲੇ ਘਰ ਵਿੱਚ ਬਚ ਗਿਆ 26, ਦੂਜੇ ਘਰ ਵਿੱਚ ਬਚ ਗਿਆ 16। 23 ਤਾਂ ਬਾਹਰ ਨਿਕਲ ਚੁੱਕੇ, ਦੋਨੋਂ ਹੀ ਬਾਹਰ ਆ ਗਏ। 26 ਚੋਂ 16 ਘਟਾਓ, ਬਚੇ 10, ਅਤੇ ਬਾਹਰ ਕੌਣ ਹੈ 23। ਗੁਣਾ ਕਰ ਦਿਓ, ਕਿੰਨਾ ਆ ਗਿਆ 230 ਆਂਸਰ ਆ ਗਿਆ, ਅਤੇ ਸਾਡਾ ਆਂਸਰ ਆ ਗਿਆ ਜੀ ਡੀ ਆਪਸ਼ਨ 11ਵੇਂ ਕੁਐਸਚਨ ਦਾ। ਉਮੀਦ ਹੈ ਸਮਝ ਆਇਆ ਹੋਵੇਗਾ। ਸਕਰੀਨਸ਼ਾਟ ਲੈ ਸਕਦੇ ਹੋ ਨਾਲ ਨਾਲ। 12ਵਾਂ ਕੁਐਸਚਨ ਦੇਖੋ। ਹੇਠ ਦਿੱਤੇ ਨਮੂਨੇ ਨੂੰ ਦੇਖਣਾ, ਦੇਖੋ ਪਹਿਲੇ 1 ਸੀਗਾ, ਫਿਰ 1 2 1 ਹੋ ਗਿਆ, ਫਿਰ 1 2 3, ਫਿਰ 2 1 ਹੋ ਗਿਆ। ਬੈਕ ਕਾਊਂਟਿੰਗ ਸ਼ੁਰੂ, ਮਤਲਬ 1, अब अगला क्या होगा 1 2 3 4, फिर बैक काउंटिंग 3 2 1। ਕਿਹੜਾ ਆਂਸਰ ਹੈ ਦੇਖੋ 1 2 3 4 3 2 1, ਪਹਿਲਾ ਹੀ ਆਪਸ਼ਨ ਤੁਹਾਡਾ ਰਾਈਟ ਆਂਸਰ ਹੋਏਗਾ। ਸਭ ਤੋਂ ਛੋਟੀ ਪ੍ਰਾਕ੍ਰਿਤਿਕ ਸੰਖਿਆ ਸਾਨੂੰ ਪਤਾ 1 ਹੁੰਦੀ ਹੈ, ਇਸ ਕਰਕੇ 13ਵੇਂ ਕੁਐਸਚਨ ਦਾ ਵੀ ਸਾਡਾ ਆਂਸਰ 1 ਆ ਚੁੱਕਾ ਹੈ। ਉਮੀਦ ਹੈ ਕਲੀਅਰ ਹੋ ਰਿਹਾ ਹੈ। 14ਵੇਂ ਕੁਐਸਚਨ ਵੱਲ ਚੱਲਦੇ ਹਾਂ। ਇਹ ਕਥਨ ਕੀ ਦਰਸਾ ਰਿਹਾ, ਦੇਖੋ 4 ਜਮਾ 3 3 ਜਮਾ 4, ਇਹਨੂੰ ਬੋਲਦੇ ਆ ਕਰਮ ਵਟਾਂਦਰਾ ਜੋੜ ਦਾ। ਸੀ ਆਪਸ਼ਨ। ਕਿੰਨੀਆਂ ਜਿਸ ਸੰਖਿਆਵਾਂ ਅਪਾਜ ਨੇ। ਕੇਵਲ ਇੱਕੋ ਹੀ ਜਿਸ ਸੰਖਿਆ ਹੁੰਦੀ ਹੈ ਜਿਹੜੀ ਅਪਾਜ ਹੁੰਦੀ ਹੈ 2। 16ਵਾਂ ਕੁਐਸਚਨ, ਹੇਠ ਲਿਖਿਆ ਵਿੱਚੋਂ ਕਿਹੜਾ 7 ਦਾ ਗੁਣਜ ਨਹੀਂ ਹੈ। 7 ਦੇ ਪੜ੍ਹੇ 'ਤੇ ਬੇਟਾ ਜੀ 48 ਨਹੀਂ ਆਉਂਦਾ, ਉਹ ਗੁਣਜ ਨਹੀਂ ਹੋ ਸਕਦਾ। ਹੇਠ ਲਿਖਿਆ ਵਿੱਚੋਂ ਕਿਹੜੀ ਅਪਾਜ ਸੰਖਿਆ ਹੈ। ਬੇਟਾ ਜੀ ਅਪਾਜ ਸੰਖਿਆ ਪੁੱਛਿਆ ਜਾ ਰਿਹਾ ਸਾਡੇ ਤੋਂ, ਅਤੇ ਉਹ ਕਿਹੜੀ ਹੋਏਗੀ। ਦੇਖੋ 97 ਵੀ ਜਿਹੜਾ ਹੈ ਉਹ ਕਿਤੇ ਵੀ ਪਹਾੜੇ 'ਤੇ ਨਹੀਂ ਆਉਂਦਾ, ਕਿਉਂਕਿ 13 7 91 ਹੁੰਦਾ ਆ। ਇਹ ਸਾਡੀ ਅਪਾਦ ਸੰਖਿਆ ਹੋਏਗੀ।
18वां क्वेश्चन 25 ਤੇ 45 ਦਾ ਮਾਸਾਵਾ ਕਿਹੜੇ ਪਹਾੜੇ ਤੇ 25 ਵੀ ਆਉਂਦਾ ਤੇ 45 ਵੀ ਆਉਂਦਾ ਬੇਟਾ ਜੀ 5 ਦਾ ਪਹਾੜਾ ਹੈ 5 ਇਹਨਾਂ ਦਾ ਮਾਸਾਵਾ ਹੋਏਗਾ। 18 क्वेश्चन ਤੁਹਾਡੇ ਕੰਪਲੀਟ ਹੋ ਚੁੱਕੇ ਨੇ। 19ਵੇਂ क्वेश्चन ਵੱਲ ਚੱਲਦੇ ਹਾਂ। 1 ਤੋਂ 20 ਤੱਕ ਦੀਆਂ ਭਾਜ ਸੰਖਿਆਵਾਂ ਬੇਟਾ ਜੀ 1 ਤੋਂ 20 ਤੱਕ ਦੀ ਸਭ ਤੋਂ ਪਹਿਲਾਂ ਆਉਂਦੀ ਹੈ ਜੀ ਤੁਹਾਡੇ ਕੋਲ 2, ਫਿਰ ਆਉਂਦੀ ਹੈ 3, ਫਿਰ ਆਉਂਦੀ ਹੈ ਜੀ 5, ਫਿਰ 7, ਫਿਰ 11, ਫਿਰ 13, ਫਿਰ 17, ਫਿਰ 19। ਇਹ ਤੁਹਾਡੀ ਆ ਗਈ ਜੀ 1 ਤੋਂ 20 ਤੱਕ ਦੀਆਂ ਸੰਖਿਆਵਾਂ। ਗਿਣੋ 1 2 3 4 5 6 7 8। ਤਾਂ ਸੀ ਆਪਸ਼ਨ ਸਾਡਾ ਆਨਸਰ ਆ ਗਿਆ। 20ਵਾਂ क्वेश्चन देखते हैं। 3 लड़के ਇੱਕ ਹੀ ਸਥਾਨ 'ਤੇ ਇੱਕੋ ਵਾਰ ਕਦਮ ਚੱਲਣਾ ਸ਼ੁਰੂ ਕਰਦੇ ਹਨ। ਉਹਨਾਂ ਦੇ ਕਦਮਾਂ ਦੇ ਮਾਪ ਦਿੱਤੇ ਗਏ ਨੇ। ਸ਼ੁਰੂਆਤੀ ਬਿੰਦੂ ਤੋਂ ਕਿਸ ਦੂਰੀ 'ਤੇ ਇਹ ਫਿਰ ਇਕੱਠੇ ਕਦਮ ਰੱਖਣਗੇ। ਲਾਸਾਵਾ ਬੇਟਾ ਯਾਦ ਰੱਖਿਓ। ਇਹਦਾ ਅਸੀਂ ਕੀ ਪਤਾ ਕਰਾਂਗੇ? ਲਾਸਾਵਾ LCM। ਅਤੇ ਤੁਸੀਂ LCM ਪਤਾ ਕਰਨਾ ਜਾਣਦੇ ਹੋ ਚੰਗੀ ਤਰ੍ਹਾਂ। ਇਹਦਾ LCM ਜਿਹੜਾ ਆਪਣੇ ਕੋਲ ਆਏਗਾ 2520 ਆਏਗਾ। ਇਸ ਕਰਕੇ ਸਾਡਾ ਇਸ ਕੁਐਸਚਨ ਦਾ ਆਨਸਰ ਆ ਗਿਆ ਜੀ B ਆਪਸ਼ਨ 2520। ਉਮੀਦ ਹੈ ਸਮਝ ਆਇਆ ਹੋਵੇਗਾ। ਲਾਸਾਵਾ ਪਤਾ ਕਰਨਾ ਬੇਟਾ ਇਹਦਾ 20ਵੇਂ क्वेश्चन ਦਾ। 21ਵੇਂ क्वेश्चन ਵੱਲ ਚੱਲਦੇ ਹਾਂ ਆਪਾਂ। ਇੱਕ ਬਿੰਦੂ ਵਿੱਚੋਂ ਕਿੰਨੀਆਂ ਰੇਖਾਵਾਂ ਲੰਘ ਸਕਦੀਆਂ ਨੇ ਬੇਟਾ? ਦੇਖੋ ਆਹ ਇੱਕ ਬਿੰਦੂ ਹੈ, ਇਹਦੇ ਵਿੱਚੋਂ ਇੱਕ ਆਹ ਸੰਖਿਆ ਲੰਘੀ, ਆਹ ਲੰਘੀ, ਆਹ ਲੰਘੀ, ਆਹ ਕਿੰਨੀਆਂ ਲੰਘਾ ਸਕਦੇ ਹੋ? ਜਿੰਨੀਆਂ ਮਰਜ਼ੀਆਂ, ਹੈ ਨਾ, ਅਣਗਿਣਤ, ਅਨੰਤ। ਇੱਕ ਚੱਕਰ ਦਾ ਅਰਧ ਵਿਆਸ ਬੇਟਾ ਜੀ ਆਹ ਇੱਕ ਚੱਕਰ ਹੈ, ਇਹ ਬਿੰਦੂ ਤੋਂ ਲੈ ਕੇ ਆਹ ਹੁੰਦਾ ਅਰਧ ਵਿਆਸ। ਕਿੰਨਾ ਦਿੱਤਾ ਹੈ? 4। ਅਤੇ ਵਿਆਸ ਪੂਰਾ ਕਰ ਦਿਓ 4 + 4 ਕਿੰਨੇ ਹੋ ਗਏ ਜੀ? 8। ਇਸ ਕਰਕੇ 22ਵਾਂ क्वेश्चन ਵੀ ਸਾਡਾ ਕੰਪਲੀਟ ਹੋ ਚੁੱਕਾ ਹੈ। 23ਵਾਂ क्वेश्चन ਦੇਖੋ। ਹੇਠਾਂ ਦਿੱਤੀਆਂ ਵਿੱਚੋਂ ਕਿਹੜਾ ਚਤੁਰਭੁਜ ਨਹੀਂ ਹੈ? ਚਤੁਰਭੁਜ ਦਾ ਮਤਲਬ ਸਮਝਦੇ ਹੋ 4 ਭੁਜਾਵਾਂ ਵਾਲਾ। ਇਹਦੇ B ਆਪਸ਼ਨ ਦੇ ਵਿੱਚ ਜਿਹੜਾ ਕਰਵ ਆ ਗਈ ਹੈ, ਇਸ ਕਰਕੇ B ਆਪਸ਼ਨ ਇਜ਼ ਦਾ ਰਾਈਟ ਆਨਸਰ। 24ਵਾਂ क्वेश्चन ਇੱਕ ਤ੍ਰਿਭੁਜ ਦੇ ਡੈਸ਼ ਭਾਗ ਹੁੰਦੇ ਨੇ ਬੇਟਾ? ਤ੍ਰਿਭੁਜ ਦੇ 6 ਭਾਗ ਹੁੰਦੇ ਨੇ। 6 ਭਾਗ ਹੁੰਦੇ ਨੇ ਬੇਟਾ। 3 ਭੁਜਾਵਾਂ ਅਤੇ 3 ਕੋਣ। 25ਵਾਂ क्वेश्चन ਹੇਠ ਦਿੱਤੇ ਵਿੱਚੋਂ ਕਿਹੜਾ ਬਹੁਭੁਜ ਨਹੀਂ ਹੈ? ਤ੍ਰਿਭੁਜ, ਪੰਚਭੁਜ, ਚਤੁਰਭੁਜ, ਸਾਰੇ ਦੇ ਵਿੱਚ ਭੁਜ ਲੱਗਾ ਨਾ। ਇੱਕ ਚੱਕਰ ਹੀ ਹੈ ਜਿਹਦੇ 'ਚ ਭੁਜ ਨਹੀਂ ਲੱਗਾ, ਇਸ ਕਰਕੇ ਚੱਕਰ ਬਹੁਭੁਜ ਨਹੀਂ ਹੋ ਸਕਦਾ। 25 क्वेश्चन ਕੰਪਲੀਟ ਹੋ ਗਏ। 26ਵਾਂ क्वेश्चन ਕਰਦੇ ਹਾਂ। 26ਵਾਂ क्वेश्चन ਹੇਠ ਲਿਖੇ ਵਿੱਚੋਂ ਕਿਹੜੀ ਸੰਖਿਆ -3 ਤੋਂ ਵੱਡੀ ਹੈ? -3 ਤੋਂ ਵੱਡੀ ਸੰਖਿਆ ਉਹੀ ਹੋਏਗੀ ਜਿਹੜਾ ਕਿਹੜੀ ਹੋਏਗੀ? ਦੇਖੋ -3 ਤੋਂ ਵੱਡੀ ਹੋਏਗੀ ਤੁਹਾਡੇ ਕੋਲ 0। ਤੁਸੀਂ ਨੰਬਰ ਲਾਈਨ ਬਣਾ ਸਕਦੇ ਹੋ। ਦੇਖੋ -3 ਤੋਂ ਬਾਅਦ 0 ਹੀ ਆਏਗਾ, ਬਾਕੀ ਸਾਰੇ -3 ਤੋਂ ਛੋਟੇ ਨੇ। 27ਵਾਂ क्वेश्चन -3 ਅਤੇ 3 ਦੇ ਵਿਚਕਾਰ। ਦੇਖੋ -3 ਤੋਂ ਬਾਅਦ ਆਉਂਦਾ ਹੈ -2, ਫਿਰ -1, ਫਿਰ 0, ਫਿਰ 1, ਫਿਰ 2, ਫਿਰ 3। ਤਾਂ -3 ਅਤੇ 3 ਦੇ ਵਿਚਕਾਰ ਸੰਖਿਆਵਾਂ ਗਿਣੋ ਹੁਣ। 1 2 3 4 ਅਤੇ 5। ਇਸ ਕਰਕੇ ਇਹ ਆਪਸ਼ਨ ਸਾਡਾ ਆਨਸਰ ਆਏਗਾ। 27 क्वेश्चन ਕੰਪਲੀਟ ਹੋ ਗਏ। 28ਵਾਂ क्वेश्चन ਕਰਦੇ ਹਾਂ। 28ਵੇਂ क्वेश्चन 'ਚ ਕਹਿੰਦਾ ਕੀ ਦਰਸਾ ਰਿਹਾ? ਦੇਖੋ ਪਹਿਲਾਂ ਇੱਕ ਕਦਮ ਚੱਲਿਆ, ਫਿਰ ਇੱਕ ਕਦਮ ਤੁਰੇ, ਫਿਰ ਇੱਕ ਕਦਮ ਤੁਰੇ, ਫਿਰ ਇੱਕ ਕਦਮ ਤੁਰੇ, ਫਿਰ ਇੱਕ ਕਦਮ ਤੁਰੇ। ਟੋਟਲ ਕਿੰਨੇ ਕਦਮ ਤੁਰ ਗਏ? 1 + 1 + 1 + 1 5 ਕਦਮ ਤੁਰ ਗਏ ਆਪਾਂ। ਸੀ ਆਪਸ਼ਨ। -2 ਤੋਂ 3 ਘੱਟ। ਦੇਖੋ -2 ਤੋਂ 3 ਘੱਟ, 1 ਘੱਟ, 2 ਘੱਟ, 3 ਘੱਟ। -2 ਤੋਂ ਬਾਅਦ ਇੱਥੇ ਆਉਂਦਾ -3, ਫਿਰ -4, ਫਿਰ -5। ਤਾਂ -2 ਤੋਂ 3 ਘੱਟ ਗਏ ਤਾਂ ਕੀ ਆਨਸਰ ਆ ਗਿਆ? -5 ਆਨਸਰ ਆਇਆ। 29ਵੇਂ क्वेश्चन ਦਾ ਦੇਖਦੇ ਹਾਂ ਅੱਗੇ। ਸਾਡਾ -5 ਆਨਸਰ ਆ ਗਿਆ। 30ਵਾਂ क्वेश्चन ਧਿਆਨ ਨਾਲ ਦੇਖਣਾ ਹੈ। -2 + 8। ਹੁਣ -2 ਦੇ ਵਿੱਚ 8 ਕਦਮ ਚੱਲਣੇ ਨੇ ਪਲੱਸ ਵੱਲ ਨੂੰ, ਅਤੇ ਕਿੰਨੇ ਆ ਜਾਣਗੇ? 6। ਅਗਲਾ क्वेश्चन ਦੇਖੋ। 31ਵਾਂ क्वेश्चन ਹੇਠਾਂ ਦਿੱਤਿਆਂ ਵਿੱਚੋਂ ਕਿਹੜੀ ਉਚਿਤ ਭਿੰਨ ਹੈ? ਪ੍ਰੋਪਰ ਫ੍ਰੈਕਸ਼ਨ। ਤੁਹਾਨੂੰ ਦੱਸਿਆ ਸੀਗਾ ਪ੍ਰੋਪਰ ਮਤਲਬ ਉੱਪਰਲੀ ਰਕਮ ਛੋਟੀ, ਜੇ ਉੱਪਰਲੀ ਰਕਮ ਵੱਡੀ ਆ ਗਈ ਤਾਂ ਇੰਪਰੋਪਰ। ਉੱਪਰਲੀ ਰਕਮ ਛੋਟੀ ਕਿਹੜੀ ਹੈ? ਸੀ ਆਪਸ਼ਨ ਟੀ। ਆਨਸਰ ਆ ਗਿਆ। 32ਵਾਂ क्वेश्चन ਕਿੰਨੇ ਭਾਗ ਭਰੇ ਹੋਏ ਨੇ? 1, ਅਤੇ ਟੋਟਲ ਕਿੰਨੇ ਨੇ? 2। ਤਾਂ ਭਿੰਨ ਕਿੰਨੀ ਬਣੀ ਫ੍ਰੈਕਸ਼ਨ? 1/2। ਬੀ ਆਪਸ਼ਨ। 33ਵਾਂ क्वेश्चन ਕਹਿੰਦਾ 5/7, 20/28, 30/42 ਕਿਹੜੀ ਭਿੰਨਾਂ ਨੇ? ਦੇਖੋ 5 ਤੋਂ 20 ਬਣਿਆ 4 ਨਾਲ ਗੁਣਾ ਕਰਕੇ। 5 ਚੌਕਾ 20, 7 ਚੌਕਾ 28। ਸੇਮ ਹੈ ਨਾ, ਇਹਦਾ ਮਤਲਬ ਤੁਲ ਭਿੰਨ।
ਟੋਟਲ मतलब ਇਕੁਈਵੈਲੈਂਟ। 34ਵਾਂ ਕੁਐਸਚਨ 1/6 ਨੂੰ 2 ਨਾਲ ਭਾਗ ਕਰਨੀ ਹੈ। ਭਾਗ ਕਰਨ ਦਾ ਮਤਲਬ ਹੈ 1/6 ਨੂੰ ਜੇ 2 ਨਾਲ ਭਾਗ ਕਰੀਏ ਤਾਂ 1/6 ਭਾਗ ਫਿਰ 2, ਜੇ ਭਾਗ ਨੂੰ ਗੁਣਾ ਵਿੱਚ ਬਦਲਾਂਗੇ ਤਾਂ ਕੀ ਆਏਗਾ 1/2। ਆਂਸਰ ਆ ਗਿਆ 1/12 ਸੀ ਆਪਸ਼ਨ। 34 ਕੁਐਸਚਨ ਕੰਪਲੀਟ ਹੋ ਚੁੱਕੇ ਨੇ। 35ਵਾਂ ਕੁਐਸਚਨ 7/100 ਸਾਰਿਆਂ ਨੂੰ ਪਤਾ 0.07 ਹੁੰਦਾ ਹੈ। 75 ਗ੍ਰਾਮ ਨੂੰ ਕਿਲੋਗ੍ਰਾਮ 'ਚ ਬਦਲਣਾ ਹੈ 0.075 ਆਪਾਂ ਪਹਿਲਾਂ ਸੈਂਪਲ ਪੇਪਰ ਵਿੱਚ ਵੀ ਕਰ ਚੁੱਕੇ ਹਾਂ। ਹੇਠ ਲਿਖਿਆ ਵਿੱਚੋਂ ਕਿਹੜੀ ਦਸ਼ਮਲਵ ਸੰਖਿਆ ਸਭ ਤੋਂ ਵੱਡੀ ਹੈ। 404 3 ਅੱਖਰ ਨੇ ਨਾ, ਅਤੇ ਇੱਧਰ ਵੀ 3 ਪੂਰੇ ਕਰੋ 440 ਹੋ ਜਾਣਗੇ। 440 ਹੀ ਸਭ ਤੋਂ ਵੱਡਾ ਅੱਖਰ ਹੋਏਗਾ। 38ਵਾਂ ਕੁਐਸਚਨ ਧਿਆਨ ਨਾਲ ਦੇਖਣਾ ਹੈ ਸਾਰਿਆਂ ਨੇ। ਵਿਕਾਸ ਨੇ ਮੇਜ਼ 327 ਰੁਪਏ 25 ਪੈਸੇ ਦੀ ਖਰੀਦੀ ਹੈ ਅਤੇ ਦੁਕਾਨਦਾਰ ਨੂੰ ਕਿੰਨੇ ਰੁਪਏ ਦਿੱਤੇ 500 ਰੁਪਏ। तो दुकानदार की करेगा 327 रुपये 25 पैसे माइनस करेगा, ਉੱਪਰ ਕੀ ਲਗਾ ਦਾਂਗੇ ਅਸੀਂ 0। ਹੁਣ ਘਟਾਓ ਕਰੋ, ਹਾਸਿਲ ਲਿਆ 5 ਤੋਂ, ਇੱਥੇ 5 ਬਚੇ, 9 ਚੋਂ 2 ਗਏ 7, ਫਿਰ 9 ਚੋਂ 7 ਗਏ 2, 9 ਚੋਂ 2 ਗਏ 7, ਇੱਥੇ ਹਾਸਿਲ ਲੈ ਚੁੱਕਾ ਸੀ 4 ਰਹਿ ਗਏ ਸੀ, 4 ਚੋਂ 3 ਗਏ 1। ਕਿੰਨਾ ਆਂਸਰ ਆਇਆ 172 ਰੁਪਏ 75 ਪੈਸੇ। ਸੀ ਆਪਸ਼ਨ ਤੁਹਾਡਾ ਆਂਸਰ ਹੋਏਗਾ। 39ਵਾਂ ਕੁਐਸਚਨ ਇੱਕ ਵਰਗ ਦੀਆਂ ਡੈਸ਼ ਸਮਿਤੀਆਂ ਬੇਟਾ ਸਾਰਿਆਂ ਨੂੰ ਪਤਾ 4 ਹੁੰਦੀਆਂ ਨੇ ਵਰਗ ਦੀਆਂ, ਅਤੇ ਹੇਠ ਲਿਖਿਆ ਵਿੱਚੋਂ ਕਿਸ ਅੱਖਰ ਦੀ ਕੋਈ ਵੀ ਸਮਿਤੀ ਰੇਖਾ ਨਹੀਂ ਹੁੰਦੀ। ਪੀ ਦੀ ਕੋਈ ਸਮਿਤੀ ਰੇਖਾ ਨਹੀਂ ਹੁੰਦੀ। 40 ਕੁਐਸਚਨ ਤੁਹਾਡੇ ਕੰਪਲੀਟ ਹੋ ਚੁੱਕੇ ਨੇ। ਉਮੀਦ ਤੁਹਾਨੂੰ ਸਮਝ ਆਇਆ ਹੋਏਗਾ।